ਵਾਹਿਗੁਰੂ 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 ਵਾਹਿਗੁਰੂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। परम सत्कारयोग गुरु प्यारी गुरु सवारी गुरु जी का खास रूप गुरु रूप खालसा साध संगत जी, धन धन साहिब श्री गुरु गोबिंद सिंह सेवक जत्था मुंबई, तिन्हां वल्लों बहुत ही सोहना उपराला किया गया है। धन धन साहिब श्री गुरु ग्रंथ साहब सच्चे पातशाह महाराज जी दे पहले प्रकाश पुरब नूं समर्पित ऑनलाइन क्विज मुकाबला रखिया गया है, जिसका अज पहला लैक्चर है। दास ने आप जी दे नाल धन साहिब श्री गुरु ग्रंथ साहब सच्चे पातशाह महाराज जी दे बारे विचारां दी सांझ पाउणी है। बड़े प्यार दे नाल, बड़ी भावना दे नाल, बड़ी इकाग्रता दे नाल आपां सारियां ने विचारां सरवण करनियां ने। विचारां दी प्रारंभता करन तो पहलां दशमेश पिता सरबंस दानी धन साहिब श्री गुरु गोबिंद सिंह सच्चे पातशाह महाराज वल्लों बख्शिश कीती हुई फतेह दे नाल सांझ पाइए। इक्को वरी कहण ते गज के बुलाओ जी फतेह। वाहिगुरु जी का खालसा वाहिगुरु जी की फतेह। सद संगत, धन गुरु रामदास सच्चे पातशाह महाराज जिन्हां ने सुल्तानविंड, गमटाला, गरवाली अते तुंग इन्हां चार पिंडां दी जमीन मुल खरीद के श्री अमृतसर शहर वसाया। फिर बेनती सरवण करियो। धन गुरु रामदास सच्चे पातशाह महाराज ने गमटाला, गरवाली, सुल्तानविंड अते तुंग इत्यादि पिंडां दी जमीन मुल खरीद के श्री अमृतसर शहर वसाया। इसे तरह धन गुरु तेग बहादुर सच्चे पातशाह महाराज ने राणी चंपा नूं 2200 रुपया दे के माखोवाल पिंड दी जमीन मुल खरीदी ते श्री आनंदपुर साहब वसाया। सद संगत, ऐड़े ते अमृतसर है ते ऐड़े ते श्री आनंदपुर साहब है। आनंदपुर साहब दी धरती ते मेरे गुरु ने पंथ साजिया ते अमृतसर साहब दी धरती ते मेरे गुरु ने ग्रंथ साजिया। धन गुरु नानक देव सच्चे पातशाह महाराज, सद संगत, सिद्ध गुरु नानक देव सच्चे पातशाह महाराज नूं एक सवाल करते हैं। आपां सिद्ध गोष्ठ बाणी पढ़ते हाँ ते सिद्ध गोष्ठ बाणी दे विच लगभग सिद्धां ने धन गुरु नानक देव सच्चे पातशाह महाराज नूं 114 सवाल कीते।
ਔਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਬਾਖੂਬੀ ਢੰਗ ਦੇ ਨਾਲ, ਬਹੁਤ ਵਧੀਆ ਢੰਗ ਦੇ ਨਾਲ ਸਿੱਧਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਤੇ ਸਿੱਧਾਂ ਨੂੰ ਇਹ ਗੱਲ ਕਹਿਣੀ ਪਈ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਵੱਡਾ ਪੁਰਖ ਪ੍ਰਗਟਿਆ, ਕਲਯੁਗ ਅੰਦਰ ਜੋਤ ਜਗਾਈ। ਹੁਣ ਸਾਧ ਸੰਗਤ, ਸਿੱਧ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਇੱਕ ਸਵਾਲ ਕਰਦੇ ਨੇ। ਸਿੱਧ ਕੀ ਸਵਾਲ ਕਰਦੇ ਨੇ? ਸਿੱਧ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੂੰ ਪੁੱਛਦੇ ਨੇ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵਖਰ ਕੇ ਤੁਮ ਵਣਜਾਰੇ, ਕਿਉਂ ਕਰ ਸਾਥ ਲੰਘਾਵੋ ਪਾਰੇ। ਸਿੱਧ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਹਿੰਦੇ ਨੇ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ, ਤੁਹਾਡਾ ਧਰਮ ਜਿਹੜਾ ਹੈ ਉਹ ਗ੍ਰਸਤ ਨੂੰ ਪ੍ਰਧਾਨਤਾ ਦਿੰਦਾ ਹੈ। ਸਤਿਗੁਰੂ ਪਾਤਸ਼ਾਹ ਜੀ, ਤੁਹਾਡਾ ਸਿਧਾਂਤ ਇਹ ਗੱਲ ਕਹਿੰਦਾ ਹੈ ਕਿ ਘਰ-ਬਾਰ ਨਹੀਂ ਤਿਆਗਣਾ ਚਾਹੀਦਾ, ਘਰ-ਬਾਰ ਨਹੀਂ ਛੱਡਣਾ ਚਾਹੀਦਾ, ਬਲਕਿ ਪਰਿਵਾਰ ਦੇ ਵਿੱਚ ਰਹਿ ਕੇ ਰੱਬ ਦੀ ਭਗਤੀ ਕਰਕੇ ਸਿੱਖ ਨੇ ਉਸ ਰੱਬ ਦੀ, ਉਸ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ। ਆਪਾਂ ਪਾਵਨ ਬਾਣੀ ਪੜ੍ਹਦੇ ਹਾਂ, ਮਹਾਰਾਜ ਦੀ ਬਾਣੀ ਦੇ ਵਿੱਚ ਬਚਨ ਆਉਂਦੇ ਨੇ। ਪਾਤਸ਼ਾਹ ਕਹਿੰਦੇ, ਨਾਨਕ ਸਤਿਗੁਰ ਭੇਟਿਐ ਪੂਰੀ ਹੋਵੈ ਜੁਗਤ, ਹਸੰਦਿਆਂ ਠਹਿਲੰਦਿਆਂ ਪੈਨੰਦਿਆਂ ਖਵੰਦਿਆਂ ਵਿੱਚੇ ਹੋਵੈ ਮੁਕਤ। ਭਾਵ ਸਿੱਖ ਨੇ ਪਰਿਵਾਰ ਦੇ ਵਿੱਚ ਰਹਿਣਾ ਹੈ, ਗ੍ਰਸਤ ਧਰਮ ਨੂੰ ਧਾਰਨ ਕਰਨਾ ਹੈ ਤੇ ਗ੍ਰਸਤ ਦੇ ਵਿੱਚ ਰਹਿ ਕੇ ਰੱਬ ਦੀ ਭਗਤੀ ਕਰਨੀ ਹੈ, ਪਰਮਾਤਮਾ ਦੀ ਭਗਤੀ ਕਰਨੀ ਹੈ ਤੇ ਰੱਬ ਦੀ ਭਗਤੀ ਕਰਕੇ, ਪਰਮਾਤਮਾ ਦੀ ਭਗਤੀ ਕਰਕੇ ਉਸ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ। ਭਾਵ ਸਿੱਖ ਧਰਮ ਦੇ ਵਿੱਚ ਗ੍ਰਸਤ ਨੂੰ ਪ੍ਰਧਾਨ ਮੰਨਿਆ ਗਿਆ ਹੈ। ਹੁਣ ਸਿੱਧ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਵਾਲ ਕਰਦੇ ਨੇ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵਖਰ ਕੇ ਤੁਮ ਵਣਜਾਰੇ, ਕਿਉਂ ਕਰ ਸਾਥ ਲੰਘਾਵੋ ਪਾਰੇ। ਕਿ ਗੁਰੂ ਨਾਨਕ ਸਾਹਿਬ ਜੀ, ਤੁਹਾਡਾ ਧਰਮ ਤੇ ਕਹਿੰਦਾ ਹੈ ਵੀ ਘਰ ਵਿੱਚ ਰਹਿ ਕੇ ਰੱਬ ਦੀ ਭਗਤੀ ਕਰਨੀ ਹੈ, ਤੁਹਾਡਾ ਸਿਧਾਂਤ ਇਹ ਗੱਲ ਕਹਿੰਦਾ ਹੈ ਪਰਿਵਾਰ ਵਿੱਚ ਰਹਿ ਕੇ ਰੱਬ ਦੀ ਭਗਤੀ ਕਰਨੀ ਹੈ, ਪਰ ਮਹਾਰਾਜ ਤੁਸੀਂ ਕਾਹਦੇ ਵਾਸਤੇ ਆਪਣਾ ਘਰ-ਬਾਰ ਛੱਡਿਆ, ਤੁਸੀਂ ਉਦਾਸੀਆਂ ਕਿਉਂ ਕਰ ਰਹੇ ਹੋ। ਤੇ ਸਾਧ ਸੰਗਤ, ਸਤਿਗੁਰ ਅਗੰਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਜਵਾਬ ਦਿੱਤਾ ਸਿੱਧਾਂ ਨੂੰ। ਗੁਰੂ ਨਾਨਕ ਸਾਹਿਬ ਮਹਾਰਾਜ ਜਵਾਬ ਦਿੰਦੇ ਨੇ, ਗੁਰਮੁਖ ਖੋਜਤ ਭਏ ਉਦਾਸੀ, ਦਰਸ਼ਨ ਕੇ ਤਾਈ ਭੇਖ ਨਿਵਾਸੀ, ਸਾਚ ਵਖਰ ਕੇ ਹਮ ਵਣਜਾਰੇ, ਨਾਨਕ ਗੁਰਮੁਖ ਉਤਰਸ ਪਾਰੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਹਾਂ ਸਿੱਧੋ, ਮੈਂ ਆਪਣਾ ਘਰ-ਬਾਰ ਛੱਡਿਆ ਏ, ਪਰ ਮੈਂ ਆਪਣਾ ਘਰ-ਬਾਰ ਕਿਉਂ ਛੱਡਿਆ ਏ? ਮੈਂ ਆਪਣਾ ਘਰ-ਬਾਰ ਜਿਹੜਾ ਹੈ ਉਹ ਗੁਰਮੁਖਾਂ ਦੀ ਭਾਲ ਵਿੱਚ ਛੱਡਿਆ ਏ, ਗੁਰਮੁਖਾਂ ਦੀ ਭਾਲ ਵਿੱਚ। ਹੁਣ ਸਾਧ ਸੰਗਤ ਧਿਆਨ ਦੇਣਾ, ਉਹ ਗੁਰਮੁਖ ਕੌਣ ਸਨ? ਉਹ ਗੁਰਮੁਖ ਸਨ 15 ਭਗਤ, 15 ਭਗਤ, 15 ਭਗਤ। ਕੋਈ ਬਾਬਾ ਕਬੀਰ ਸਾਹਿਬ ਦੇ ਰੂਪ ਦੇ ਵਿੱਚ ਬਨਾਰਸ ਦੀ ਧਰਤੀ ਤੇ ਰਹਿੰਦਾ ਸੀ, ਕੋਈ ਭਗਤ ਰਵਿਦਾਸ ਦੇ ਰੂਪ ਵਿੱਚ ਬਨਾਰਸ ਦੀ ਧਰਤੀ ਤੇ ਰਹਿੰਦਾ ਸੀ, ਕੋਈ ਭਗਤ ਨਾਮਦੇਵ ਦੇ ਰੂਪ ਵਿੱਚ ਮਹਾਰਾਸ਼ਟਰ ਦੀ ਧਰਤੀ ਤੇ ਰਹਿੰਦਾ ਸੀ, ਕੋਈ ਭਗਤ ਜੈਦੇਵ ਦੇ ਰੂਪ ਵਿੱਚ ਬੰਗਾਲ ਦੀ ਧਰਤੀ ਤੇ ਰਹਿੰਦਾ ਸੀ। ਇਸੇ ਤਰ੍ਹਾਂ ਕੋਈ ਭਗਤ ਧੰਨੇ ਦੇ ਰੂਪ ਦੇ ਵਿੱਚ ਰਾਜਸਥਾਨ ਦੀ ਧਰਤੀ ਤੇ ਰਹਿੰਦਾ ਸੀ, ਕੋਈ ਸ਼ੇਖ ਫਰੀਦ ਦੇ ਰੂਪ ਵਿੱਚ ਮੁਲਤਾਨ ਦੀ ਧਰਤੀ ਤੇ ਰਹਿੰਦਾ ਸੀ। ਇਹ 15 ਭਗਤ, ਇਹਨਾਂ 15 ਭਗਤਾਂ ਦੀ ਭਾਲ ਦੇ ਵਿੱਚ, ਇਹਨਾਂ ਗੁਰਮੁਖਾਂ ਦੀ ਭਾਲ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਮੈਂ ਆਪਣਾ ਘਰ-ਬਾਰ ਛੱਡਿਆ। ਹੁਣ ਸਾਧ ਸੰਗਤ ਧਿਆਨ ਦੇਣਾ, 15 ਭਗਤਾਂ ਦੀ ਬਾਣੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਵਿੱਚ ਦਰਜ ਹੈ। ਇਹਨਾਂ 15 ਭਗਤਾਂ ਦੇ ਲਗਭਗ 769 ਸ਼ਬਦ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਵਿੱਚ ਦਰਜ ਨੇ। ਫਿਰ ਬੇਨਤੀ ਸਰਵਣ ਕਰਿਓ, 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਵਿੱਚ ਦਰਜ ਹੈ ਤੇ ਇਹਨਾਂ 15 ਭਗਤਾਂ ਦੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਵਿੱਚ 769 ਸ਼ਬਦ ਦਰਜ ਨੇ। 769 769 ਸ਼ਬਦ 15 ਭਗਤਾਂ ਦੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਵਿੱਚ ਦਰਜ ਨੇ।
ਹੁਣ ਸਾਧ ਸੰਗਤ ਇਹ ਜਿਹੜੇ 15 ਦੇ 15 ਭਗਤ ਨੇ ਇਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਤੋਂ ਪਹਿਲਾਂ ਹੋਏ ਨੇ। ਜਿੱਥੇ ਜਿੱਥੇ ਵੀ ਇਹ 15 ਭਗਤ ਰਹਿੰਦੇ ਸਨ ਉੱਥੇ ਉੱਥੇ ਮੇਰਾ ਬਾਬਾ ਗਿਆ, ਉੱਥੇ ਉੱਥੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਗਏ ਤੇ ਇਹਨਾਂ 15 ਭਗਤਾਂ ਦੀ ਜਿੰਨੀ ਬਾਣੀ ਸੀ, ਜਿਹੜੇ 769 ਸ਼ਬਦ ਨੇ, ਇਹਨਾਂ 15 ਭਗਤਾਂ ਦੀ ਜਿੰਨੀ ਬਾਣੀ ਸੀ, ਜਿੱਥੇ ਜਿੱਥੇ ਵੀ ਇਹ 15 ਭਗਤ ਰਹਿੰਦੇ ਸਨ ਉੱਥੇ ਉੱਥੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਾਂਦੇ ਨੇ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਇਹਨਾਂ 15 ਭਗਤਾਂ ਦੀ ਬਾਣੀ ਇਕੱਠੀ ਕਰਦੇ ਨੇ। ਇਹਨਾਂ 15 ਭਗਤਾਂ ਦੀ ਬਾਣੀ ਆਪ ਇਕੱਤਰ ਕਰਦੇ ਨੇ। ਵੇਖੋ ਸਾਧ ਸੰਗਤ, ਮੈਂ ਬੇਨਤੀ ਕਰਾਂ, 15 ਭਗਤਾਂ ਦੀ ਜਿਹੜੀ ਬਾਣੀ ਹੈ ਇਹ ਸਾਰੀ ਦੀ ਸਾਰੀ ਬਾਣੀ ਪ੍ਰੋਫੈਸਰ ਸਾਹਿਬ ਸਿੰਘ ਦੇ ਅਨੁਸਾਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਆਪ ਇਕੱਠੀ ਕੀਤੀ। ਜਿੱਥੇ ਜਿੱਥੇ ਇਹ 15 ਭਗਤ ਸਹਿਬਾਨ ਰਹਿੰਦੇ ਸੀ ਉੱਥੇ ਉੱਥੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਗਏ ਤੇ ਜਿਹੜੇ ਇਹਨਾਂ ਦੇ ਚੇਲੇ ਸਨ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਇਹਨਾਂ ਦੇ ਚੇਲਿਆਂ ਪਾਸੋਂ ਇਹ ਸਾਰੀ ਬਾਣੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਪ ਇਕੱਤਰ ਕਰਦੇ ਨੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਪ ਇਕੱਠੀ ਕਰਦੇ ਨੇ। ਹੁਣ ਸਾਧ ਸੰਗਤ, ਜਦੋਂ ਆਪਾਂ ਇਤਿਹਾਸਕ ਸਰੋਤ ਪੜ੍ਹਦੇ ਹਾਂ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਆਸਾ ਹੱਥ ਕਿਤਾਬ ਕੱਛ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਹੱਥ ਵਿੱਚ ਇੱਕ ਤੇ ਡੰਡਾ ਹੈ ਤੇ ਇੱਕ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਕਿਤਾਬ ਹੈ ਜਿਹਦੇ ਵਿੱਚ ਮਹਾਰਾਜ ਬਾਣੀ ਦਰਜ ਕਰਦੇ ਨੇ, ਭਗਤ ਸਾਹਿਬਾਨਾਂ ਦੀ ਬਾਣੀ ਦਰਜ ਕਰਦੇ ਨੇ। ਇੱਕ ਥਾਂ ਭਾਈ ਗੁਰਦਾਸ ਜੀ ਕਹਿੰਦੇ ਨੇ, ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨੋਈ। ਉੱਥੇ ਵੀ ਧੰਨ ਭਾਈ ਗੁਰਦਾਸ ਜੀ ਨੇ ਕਿਤਾਬ ਦਾ ਜ਼ਿਕਰ ਕੀਤਾ ਹੈ। ਭਾਵ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਿੱਥੇ ਜਿੱਥੇ ਵੀ ਗਏ, ਜਿੱਥੇ ਜਿੱਥੇ 15 ਭਗਤ ਰਹਿੰਦੇ ਸੀ, ਇਹਨਾਂ 15 ਭਗਤਾਂ ਦੀ ਬਾਣੀ ਦਰਜ ਕਰਕੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਉਹ ਆਪਣੇ ਕੋਲ ਸੰਭਾਲ ਲੈਂਦੇ ਸੀ। ਹੁਣ ਸਾਧ ਸੰਗਤ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ 15 ਭਗਤਾਂ ਦੀ ਬਾਣੀ ਹੈ, 769 ਸ਼ਬਦ 15 ਭਗਤਾਂ ਦੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਮੌਜੂਦ ਨੇ ਔਰ ਸਾਰੀ ਬਾਣੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪ ਹੀ ਇਕੱਠੀ ਕੀਤੀ। ਹੁਣ 15 ਭਗਤਾਂ ਦੀ ਬਾਣੀ ਗੁਰੂ ਨਾਨਕ ਸਾਹਿਬ ਦੇ ਕੋਲ ਹੈ ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਆਪ ਬਾਣੀ ਉਚਾਰਨ ਕੀਤੀ। ਸਾਧ ਸੰਗਤ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ 19 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ। 19 ਰਾਗਾਂ ਦੇ ਵਿੱਚ ਵੱਖ-ਵੱਖ ਵਿਦਵਾਨਾਂ ਦੇ ਵੱਖ-ਵੱਖ ਵਿਚਾਰ ਨੇ। ਸਾਧ ਸੰਗਤ, ਗੁਰੂ ਨਾਨਕ ਦੇਵ ਮਹਾਰਾਜ 19 ਰਾਗਾਂ ਦੇ ਵਿੱਚ ਬਾਣੀ ਉਚਾਰਨ ਕਰਦੇ ਨੇ ਤੇ ਲਗਭਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ 958 ਸ਼ਬਦ ਨੇ। 19 ਰਾਗਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਬਾਣੀ ਉਚਾਰਨ ਕਰਦੇ ਨੇ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ 958 ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਵਿੱਚ ਦਰਜ ਨੇ। ਹੁਣ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਇੱਕ ਤੇ 15 ਭਗਤਾਂ ਦੀ ਬਾਣੀ ਹੈ ਤੇ ਇੱਕ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੀ ਆਪਣੀ ਬਾਣੀ ਹੈ ਜਿਹੜੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪ ਉਚਾਰਨ ਕੀਤੀ। 19 ਰਾਗਾਂ ਦੇ ਵਿੱਚ 958 ਸ਼ਬਦ। ਹੁਣ ਸਾਧ ਸੰਗਤ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰਿਆਈ ਗੁਰਤਾ ਗੱਦੀ ਭਾਈ ਲਹਿਣਾ ਜੀ ਨੂੰ ਦਿੱਤੀ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੂੰ ਦਿੱਤੀ ਤੇ ਜਨਮ ਸਾਖੀਆਂ ਦੇ ਵਿੱਚ ਇਹ ਬਚਨ ਆਉਂਦੇ ਨੇ, ਤਿਤ ਮਹਿਲ ਜੇ ਸ਼ਬਦ ਹੋਆ ਸੋ ਪੋਥੀ ਗੁਰ ਅੰਗਦ ਜੋਗ ਮਿਲੀ। ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਭਾਈ ਲਹਿਣਾ ਜੀ ਨੂੰ, ਜਦੋਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਿਆਈ ਦਿੱਤੀ, ਗੁਰਤਾ ਗੱਦੀ ਦਿੱਤੀ ਤੇ ਜਿੰਨੀ ਬਾਣੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਹੈ ਇਹ ਸਾਰੀ ਦੀ ਸਾਰੀ ਬਾਣੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਿਹਨੂੰ ਦਿੰਦੇ ਨੇ? ਸਾਰੀ ਬਾਣੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਿੰਦੇ ਨੇ ਭਾਈ ਲਹਿਣਾ ਜੀ ਨੂੰ। ਹੁਣ ਭਾਈ ਲਹਿਣਾ ਜੀ ਦੇ ਕੋਲ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਇੱਕ ਤੇ 15 ਭਗਤਾਂ ਦੀ ਬਾਣੀ ਹੈ 769 ਸ਼ਬਦ ਤੇ ਇੱਕ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਹੈ 958 ਸ਼ਬਦ। ਹੁਣ ਸਾਧ ਸੰਗਤ, ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਪ ਬਾਣੀ ਉਚਾਰਨ ਕਰਦੇ ਨੇ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਵਿੱਚ
63 ਸ਼ਲੋਕ ਦਰਜ ਨੇ। 63 ਸ਼ਲੋਕ। ਹੁਣ ਗੁਰੂ ਅੰਗਦ ਦੇਵ ਮਹਾਰਾਜ ਦੇ ਕੋਲ ਇੱਕ ਤੇ ਆਪਣੀ ਬਾਣੀ ਹੈ 63 ਸ਼ਲੋਕ, ਇੱਕ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਤੇ ਇੱਕ 15 ਭਗਤਾਂ ਦੀ ਬਾਣੀ ਹੈ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰਿਆਈ ਦਿੱਤੀ, ਗੁਰਤਾ ਗੱਦੀ ਦਿੱਤੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੂੰ। ਜਦੋਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੂੰ ਗੁਰਿਆਈ ਦਿੱਤੀ, ਗੁਰਤਾ ਗੱਦੀ ਦਿੱਤੀ, ਤੇ ਜਿੰਨੀ ਬਾਣੀ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੀ ਹੈ ਸਮੇਤ 15 ਭਗਤਾਂ ਦੀ, ਗੁਰੂ ਨਾਨਕ ਸਾਹਿਬ ਦੀ ਤੇ ਆਪਣੀ ਬਾਣੀ, ਇਹ ਸਾਰੀ ਬਾਣੀ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਦਿੱਤੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੂੰ। ਹੁਣ ਸਾਧ ਸੰਗਤ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਬਾਣੀ ਉਚਾਰਨ ਕਰਦੇ ਨੇ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ 17 ਰਾਗਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਵਿੱਚ 885 ਸ਼ਬਦ ਨੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਵਿੱਚ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ 17 ਰਾਗਾਂ ਦੇ ਵਿੱਚ 885 ਸ਼ਬਦ ਜਿਹੜੇ ਨੇ ਉਹ ਦਰਜ ਨੇ। 885 ਸ਼ਬਦ ਜਿਹੜੇ ਨੇ ਉਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਨੇ। ਹੁਣ ਸਾਧ ਸੰਗਤ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਤੋਂ ਬਾਅਦ ਗੁਰਿਆਈ ਜਿਹੜੀ ਏ ਉਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਜਾਂਦੀ ਹੈ। ਭਾਈ ਜੇਠਾ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਕੋਲ। ਹੁਣ ਜਦੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੂੰ ਗੁਰਤਾ ਗੱਦੀ ਦਿੰਦੇ ਨੇ, ਗੁਰਿਆਈ ਦਿੰਦੇ ਨੇ, ਤੇ ਜਿੰਨੀ ਬਾਣੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਹੈ ਇਹ ਸਾਰੀ ਬਾਣੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਨੂੰ ਦਿੰਦੇ ਨੇ। ਹੁਣ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਕਿਹਦੀ ਬਾਣੀ ਹੈ? ਇੱਕ ਤੇ 15 ਭਗਤਾਂ ਦੀ ਬਾਣੀ ਹੈ 769 ਸ਼ਬਦ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ 958 ਸ਼ਬਦ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ 63 ਸ਼ਲੋਕ। ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਦੇ 885 ਸ਼ਬਦ। ਸਾਰੀ ਬਾਣੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਆ ਗਈ। ਹੁਣ ਜਦੋਂ ਸਾਰੀ ਬਾਣੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਆਈ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਬਾਣੀ ਉਚਾਰਨ ਕਰਦੇ ਨੇ। ਸਾਧ ਸੰਗਤ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜਿਹੜੇ ਆਪਣੇ ਬਾਰੇ ਲਿਖਦੇ ਨੇ, ਗੁਰੂ ਰਾਮਦਾਸ ਮਹਾਰਾਜ ਜਿਹੜੇ ਆਪਣੇ ਬਾਰੇ ਲਿਖਦੇ ਨੇ ਕਿ ਕੋਈ ਸਮਾਂ ਸੀ ਜਦੋਂ ਮੈਂ ਲਾਹੌਰ ਦੀਆਂ ਗਲੀਆਂ ਦੇ ਵਿੱਚ ਰੁਲਦਾ ਫਿਰਦਾ ਸੀ, ਬਚਪਨ ਵਿੱਚ ਮੈਂ ਯਤੀਮ ਹੋ ਗਿਆ, ਮੇਰੀ ਕੋਈ ਬਾਹ ਫੜਨ ਵਾਲਾ ਨਹੀਂ ਸੀ। ਇਹ ਗੱਲ ਸੱਚ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਬਚਪਨ ਦੇ ਵਿੱਚ ਯਤੀਮ ਹੋ ਗਏ। ਤਾਈਓ ਤੇ ਮਹਾਰਾਜ ਨੇ ਕਿਹਾ, ਜੋ ਹਮਰੀ ਬਿਦ ਹੋਤੀ ਮੇਰੇ ਸਤਗੁਰਾ, ਸਾ ਬਿਦ ਤੁਮ ਹਰ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਗੁਰ ਸੰਗ ਕੀਰੇ ਹਮ ਥਾਪੇ। ਗੁਰੂ ਨਾਨਕ ਦੇ ਘਰ ਨੇ ਕਿਰਪਾ ਕੀਤੀ, ਗੁਰੂ ਨਾਨਕ ਦੇ ਘਰ ਨੇ ਬਖਸ਼ਿਸ਼ ਕੀਤੀ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਮੈਨੂੰ ਬਾਦਸ਼ਾਹੀਆਂ ਬਖਸ਼ ਦਿੱਤੀਆਂ, ਮੈਨੂੰ ਪਾਤਸ਼ਾਹ ਬਣਾ ਦਿੱਤਾ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਆਪ ਕਹਿੰਦੇ ਨੇ। ਹੁਣ ਸਾਧ ਸੰਗਤ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਬਾਣੀ ਉਚਾਰਨ ਕਰਦੇ ਨੇ 30 ਰਾਗਾਂ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਬਾਣੀ ਉਚਾਰਨ ਕਰਦੇ ਨੇ। ਔਰ 647 ਸ਼ਬਦ 647 ਸ਼ਬਦ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ। 30 ਰਾਗਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਨੇ 19 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ। ਗੁਰੂ ਅਮਰਦਾਸ ਮਹਾਰਾਜ 17 ਰਾਗਾਂ ਦੇ ਵਿੱਚ ਬਾਣੀ ਉਚਾਰਨ ਕਰਦੇ ਨੇ ਤੇ ਸਾਧ ਸੰਗਤ ਧੰਨ ਗੁਰੂ ਰਾਮਦਾਸ ਮਹਾਰਾਜ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕਰਦੇ ਨੇ। 30 ਰਾਗਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਦੇ 647 ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਵਿੱਚ ਦਰਜ ਹੈ। ਹੁਣ ਸਾਧ ਸੰਗਤ, ਸਾਰੀ ਬਾਣੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਹੈ। 15 ਭਗਤਾਂ ਦੀ, ਗੁਰੂ ਨਾਨਕ ਸਾਹਿਬ ਦੀ, ਗੁਰੂ ਅੰਗਦ ਦੇਵ ਮਹਾਰਾਜ ਦੀ, ਗੁਰੂ ਅਮਰਦਾਸ ਮਹਾਰਾਜ ਦੀ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਆਪਣੀ ਬਾਣੀ। ਹੁਣ ਸਾਧ ਸੰਗਤ, ਸਾਰੀ ਬਾਣੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਦਿੱਤੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੂੰ। ਗੁਰੂ ਰਾਮਦਾਸ ਮਹਾਰਾਜ ਜੀ ਦੇ 3 ਸਪੁੱਤਰ ਨੇ, ਬਾਬਾ ਪਿਰਥੀ ਚੰਦ, ਬਾਬਾ ਮਹਾਦੇਵ ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ। ਔਰ ਹਰ ਪੱਖ ਤੋਂ ਸੰਪੂਰਨ ਜਾਣ ਕੇ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਪਨ ਵਿੱਚ ਵੀ ਕਹਿ ਦਿੱਤਾ ਸੀ, ਦੋਹਿਥਾ ਬਾਣੀ ਕਾ ਬੋਹਿਥਾ, ਕਲ ਯੁਗ ਜਹਾਜ ਅਰਜਨ ਗੁਰੂ, ਸਗਲ ਸ੍ਰਿਸ਼ਟ
लग बितरों, जब लो नहीं भाग लिलार उदय, तब लो भ्रमते फिरते बहुतायो। कल घोर समुंदर में बूढ़ थे, कब हूं मिटह नहीं रे पछतायो। तत विचार जह मथुरा जगतारण को अवतार बनायो। जपियो जिन अर्जन देव गुरु, फिर संकट जौन गर्भ ना आयो। भट्ट जी ते कहंदे ने तै जन्मत गुरमत ब्रह्म पछाणियो। बचपन दे विच ही धन गुरु अर्जन देव महाराज नूं रब दी पछाण हो गई सी, रब दे नाल इन्हां दी डूंगी सांझ बन गई। ते गुरु रामदास महाराज जी ने हर पक्ष तो संपूर्ण जान के गुरु अर्जन देव महाराज जी नूं गुरियाई दित्ती, गुरता गद्दी दित्ती। ते जिन्नी बाणी धन गुरु रामदास सच्चे पातशाह महाराज जी दे कोल सी, गुरु रामदास सच्चे पातशाह महाराज जी ने सारी बाणी जिहड़ी है वो धन गुरु अर्जन देव सच्चे पातशाह महाराज नूं दित्ती। गुरु अर्जन देव महाराज जी ने गुरु रामदास महाराज वाले 30 राग वरते। 30 रागां दे विच गुरु अर्जन देव महाराज ने बाणी उचारण की और 2312 शब्द धन गुरु अर्जन देव सच्चे पातशाह महाराज जी दे गुरु ग्रंथ साहब सच्चे पातशाह महाराज जी दे विच दर्ज ने। हुण साध संगत ध्यान देना, केवल 2 मिनट तक दास ने फतेह बुला देनी है। अगलेरियां विचारां जिहड़ियां ने वो आपां अगले लैक्चर दे विच संगत दे नाल सांझियां करांगे। हुण साध संगत ध्यान देना, सारी बाणी गुरु अर्जन देव सच्चे पातशाह महाराज दे कोल है। 15 भगतां दी बाणी गुरु नानक साहब दी, गुरु अंगद देव महाराज दी, गुरु अमरदास महाराज दी, गुरु रामदास महाराज दी ते धन गुरु अर्जन देव सच्चे पातशाह महाराज जी दी अपनी बाणी। सारी बाणी गुरु अर्जन देव सच्चे पातशाह महाराज जी दे कोल है। जिथे 5 गुरु साहबान दी बाणी है, 15 भगतां दी बाणी है, उथे 11 भट्टां दी बाणी भी धन गुरु अर्जन देव सच्चे पातशाह महाराज जी दे कोल आ गई। साध संगत 11 भट्ट साहबान जिन्हां ने 5 गुरु साहब की उस्तत दे विच 123 सवैये उचारण कीते ने। फिर बेनती सरवण करियो, 11 भट्टां दी बाणी गुरु ग्रंथ साहब दे विच दर्ज है। इन्हां 11 भट्ट साहबान ने 5 गुरु साहब की उस्तत दे विच, पहले 5 गुरु साहब की उस्तत दे विच 123 सवैये जिहड़े ने वो उचारण कीते ने। गुरु नानक देव सच्चे पातशाह महाराज की उस्तत दे विच भट्ट साहबान ने 10 सवैये उचारण कीते ने। गुरु अंगद देव सच्चे पातशाह महाराज की उस्तत दे विच भट्ट साहबान ने 10 सवैये उचारण कीते ने। गुरु अमरदास सच्चे पातशाह महाराज की उस्तत दे विच भट्ट साहबान ने 22 सवैये उचारण कीते ने। गुरु रामदास सच्चे पातशाह महाराज की उस्तत दे विच भट्ट साहबान ने 60 सवैये उचारण कीते ने। ते गुरु अर्जन देव सच्चे पातशाह महाराज की उस्तत दे विच भट्ट साहबान ने साध संगत 21 सवैये उचारण कीते ने। टोटल गिनती बनती है 123, 123, 123 गिनती बनती है भट्ट साहबान दे सवैयां दी। मैं फिर बेनती करा, गुरु नानक साहब की उस्तत दे विच 10 सवैये, गुरु अंगद देव सच्चे पातशाह महाराज की उस्तत दे विच 10 सवैये, गुरु अमरदास महाराज की उस्तत दे विच 22 सवैये, गुरु रामदास महाराज जी की उस्तत दे विच 60 सवैये ते गुरु अर्जन देव सच्चे पातशाह महाराज की उस्तत दे विच 21 सवैये। 5 गुरु साहबान की उस्तत दे विच भट्ट साहबान 123 सवैये उचारण करते हैं। हुण इन्हां 11 भट्टां की बाणी भी धन गुरु अर्जन देव सच्चे पातशाह महाराज दे कोल है। 15 भगतां की बाणी गुरु साहब दे कोल है, 11 भट्टां की बाणी गुरु साहब दे कोल है ते समेत गुरु अर्जन देव सच्चे पातशाह महाराज 5 गुरु साहबान की बाणी जिहड़ी है गुरु अर्जन साहब दे कोल है। गुरु नानक साहब, गुरु अंगद देव महाराज, गुरु अमरदास, गुरु रामदास ते धन गुरु अर्जन देव महाराज की अपनी बाणी। हुण साध संगत बाबा सुंदर जी की सद बाणी वो गुरु अमरदास महाराज, गुरु अर्जन देव महाराज के कोल है। इसे तरह बाबा सत्ता जी ते बाबा बलवंड जी जिहड़ी उन्हां ने गुरु रामदास महाराज की उस्तत दे विच रामकली दी वार लिखी, ये भी बाणी जिहड़ी है ये धन गुरु अर्जन देव सच्चे पातशाह महाराज दे कोल है। हुण सारी दी सारी बाणी जिहड़ी है ये धन गुरु अर्जन देव सच्चे पातशाह महाराज जी दे कोल आ गई। सारी बाणी गुरु अर्जन देव सच्चे पातशाह महाराज जी दे कोल मौजूद है। साध संगत इत्थों तक विचारां जिहड़ियां वो प्रवान करनियां भी सारी बाणी धन गुरु अर्जन देव सच्चे पातशाह महाराज जी दे कोल आ गई। तो मैं बेनती करदा किद्दां 4 भगत गुरु साहब दे कोल चल के आए, किद्दां जिहड़ा पिरथी चंद दा पुत्र मेहरबान है उन्हें नकली बाणी उचारण कीती ते क्यों धन गुरु अर्जन देव सच्चे पातशाह महाराज नूं ये सारी बाणी नूं एक ग्रंथ दा रूप
ਦੇਣਾ ਪਿਆ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਸਰੂਪ ਤਿਆਰ ਕਰਵਾਇਆ ਭਾਈ ਗੁਰਦਾਸ ਜੀ ਦੇ ਕੋਲੋਂ, ਤੇ ਕਿੱਦਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਹੁੰਦਾ। ਇਹ ਸਾਰੀਆਂ ਵਿਚਾਰਾਂ ਜਿਹੜੀਆਂ ਨੇ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਗਤ ਦੇ ਨਾਲ ਸਾਂਝੀਆਂ ਕਰਨੀਆਂ ਨੇ। ਗੁਰੂ ਗੋਬਿੰਦ ਸਿੰਘ ਸੇਵਕ ਜੱਥਾ ਮੁੰਬਈ ਵਾਲੇ ਵੀਰ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੈ, ਆਉਣ ਵਾਲੇ ਸਮੇਂ ਦੇ ਵਿੱਚ ਉਸ ਸਮੂਹ ਸੰਗਤ ਨੂੰ ਤਰੀਕ ਦੱਸ ਦੇਣਗੇ ਤੇ ਉਸ ਦਿਨ ਆਪਾਂ ਜਿਹੜੀਆਂ ਅਗਲੇਰੀਆਂ ਵਿਚਾਰਾਂ ਸੰਗਤ ਦੇ ਨਾਲ ਸਾਂਝੀਆਂ ਕਰਾਂਗੇ। ਬੜੇ ਪਿਆਰ ਅਤੇ ਭਾਵਨਾ ਦੇ ਨਾਲ ਆਪਾਂ ਵਿਚਾਰਾਂ ਜਿਹੜੀਆਂ ਨੇ ਸਰਵਣ ਕਰਨੀਆਂ ਨੇ। ਦਾਸ ਕੋਈ ਵਿਦਵਾਨ ਨਹੀਂ, ਭੁੱਲਣ ਅੰਦਰ ਸਭ ਕੋ ਅਭੁੱਲ, ਗੁਰੂ ਕਰਤਾਰ ਸਾਧ ਸੰਗਤ ਗੁਰੂ ਨਹੀਂ ਭੁੱਲਦਾ। ਪਰ ਮਨੁੱਖ ਜਿਹੜਾ ਹੈ, ਗੁਰੂ ਦਾ ਸਿੱਖ ਜਿਹੜਾ ਹੈ, ਉਹ ਭੁੱਲਣਹਾਰ ਹੈ। ਗਲਤੀਆਂ ਹੋ ਜਾਂਦੀਆਂ ਨੇ, ਜੇ ਵਿਚਾਰ ਕਰਦਿਆਂ ਕੁਝ ਵੀ ਗਲਤ ਬੋਲਿਆ ਗਿਆ ਹੋਵੇ ਤੇ ਗੁਰੂ ਰੂਪ ਸੰਗਤ ਜਿਹੜੀ ਹੈ ਉਹ ਬਖਸ਼ਣਯੋਗ ਹੈ। ਵਾਹਿਗੁਰੂ ਕਿਰਪਾ ਕਰਨ, ਸਾਰੇ ਵੀਰ ਭਰਾ ਚੜ੍ਹਦੀ ਕਲਾ ਦੇ ਵਿੱਚ ਰਹੋ, ਰੱਬ ਦੀ ਭਗਤੀ ਕਰੀਏ, ਪਰਮਾਤਮਾ ਦੀ ਭਗਤੀ ਕਰੀਏ, ਚੰਗੇ ਕੰਮ ਕਰੀਏ, ਚੜ੍ਹਦੀ ਕਲਾ ਦੇ ਵਿੱਚ ਰਹੀਏ, ਹੱਸਦੇ ਖੇਡਦੇ ਰਹੀਏ। ਇੱਕੋ ਵਾਰੀ ਮਨੁੱਖਾ ਜਨਮ ਮਿਲਿਆ ਹੈ, ਦੁਬਾਰਾ ਨਹੀਂ ਮਿਲਣਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਓਟ ਆਸਰਾ ਤੱਕੀਏ, ਗੁਰੂ ਰਾਮਦਾਸ ਮਹਾਰਾਜ ਦੇ ਦਰ ਦੇ ਨਾਲ ਜੁੜੀਏ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।